15 ਅਗਸਤ 1947 ਕਿਸੇ ਨੂੰ ਹਿੰਦੁਸਤਾਨ ਮਿਲ ਗਿਆ ਤੇ ਕਿਸੇ ਨੂੰ ਪਾਕਿਸਤਾਨ ਮਿਲ ਗਿਆ, ਪਰ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਪਾਣੀ ਵਾਂਗ ਆਪਣਾ ਖੂਨ ਡੋਲਣ ਵਾਲੇ ਲੋਕਾਂ ਨੇ ਲਾਸ਼ਾਂ ਦੇ ਸਰਾਣੇ ਬੈਠ ਕੇ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦਾ ਸਫ਼ਰ ਤੱਕਿਆ। ਤਕਰੀਬਨ ਵੱਖ-ਵੱਖ ਸਰੋਤਾਂ ਦੇ ਅਨੁਸਾਰ ਬੇਸ਼ੱਕ ਇਸ ਗਿਣਤੀ ਨੂੰ ਅਜੇ ਤੱਕ ਨਿਰਧਾਰਿਤ ਨਹੀਂ ਕੀਤਾ ਜਾ ਸਕਿਆ, ਪਰ 15 ਲੱਖ ਲੋਕਾਂ ਦਾ ਕਤਲ, ਔਰ ਪਤਾ ਹੀ ਨਹੀਂ ਜਿਸ ਨੂੰ ਬੇਹਿਸਾਬੀ ਜਾਇਦਾਦ ਦਾ ਅਸੀਂ ਨੁਕਸਾਨ ਕਹਿ ਸਕਦੇ ਹਾਂ। ਜਾਇਦਾਦਾਂ ਨਾ ਵੀ ਮੁੜਨ ਤਾਂ ਕੋਈ ਗੱਲ ਨਹੀਂ, ਪਰ ਗਈਆਂ ਹੋਈਆਂ ਜਿੰਦਾਂ ਕਿੱਥੇ ਵਾਪਸ ਆਉਂਦੀਆਂ ਨੇ। ਉਸ ਤੋਂ ਬਾਅਦ ਵੀ ਜੇਕਰ ਕਿਤੇ ਵਸਾਘਾਤ ਨਾ ਹੁੰਦਾ ਤਾਂ ਸ਼ਾਇਦ ਕੌਮ ਨੂੰ ਇਹ ਦਰਦ ਵੀ ਭੁੱਲ ਜਾਂਦਾ ਕਿ ਇੰਨਾ ਖੂਨ ਡੋਲਣ ਤੋਂ ਬਾਅਦ ਜੇਕਰ ਇਸ ਦੇਸ਼ ਦੀ ਝੋਲੀ ਦੇ ਵਿੱਚ ਆਜ਼ਾਦੀ ਪਾਈ ਹੈ ਤੇ ਸਾਡੀ ਝੋਲੀ ਦੇ ਵਿੱਚ ਆਜ਼ਾਦੀ ਦਾ ਕੋਈ ਹਿੱਸਾ ਹੀ ਪੈ ਜਾਂਦਾ, ਸਾਡੀ ਆਉਣ ਵਾਲੀ ਪੀੜ੍ਹੀ ਵੀ ਆਜ਼ਾਦੀ ਦਾ ਨਿੱਘ ਮਾਣ ਲੈਂਦੀ, ਜਿਸ ਆਜ਼ਾਦੀ ਦਾ ਨਿੱਘ ਮਾਣਨ ਦੇ ਸਾਨੂੰ ਲਾਰੇ ਲਾਏ ਗਏ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਵਾਸਤੇ ਇੱਕ ਇਵੇਂ ਦਾ ਖਿੱਤਾ ਰਾਖਵਾਂ ਹੋਵੇਗਾ ਜਿੱਥੇ ਉਹ ਵੀ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਦੇ ਨੇ। ਪਰ ਜਦੋਂ ਯਾਦ ਕਰਾਇਆ ਗਿਆ ਤਾਂ ਸਪਸ਼ਟ ਕਹਿ ਦਿੱਤਾ ਗਿਆ, वो जमाने और थे जे जमाने और हैं। ਅੱਜ ਹੀ ਮੈਂ ਸੋਸ਼ਲ ਮੀਡੀਆ ਦੇ ਵਿੱਚ ਪੰਥਕ ਲੇਖਕ ਔਰ ਜਿਨ੍ਹਾਂ ਨੇ ਕੌਮ ਨੂੰ ਪੰਥਕ ਦਸਤਾਵੇਜ਼ ਦੇ ਰੂਪ ਦੇ ਵਿੱਚ ਇੱਕ ਸੰਘਰਸ਼ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਦਿੱਤਾ ਹੈ, ਸਰਦਾਰ ਕਰਮਜੀਤ ਸਿੰਘ, ਜਿਨ੍ਹਾਂ ਨੂੰ ਅਸੀਂ ਪੰਜਾਬੀ ਟ੍ਰਿਬਿਊਨ ਵਾਲੇ ਕਰਮਜੀਤ ਸਿੰਘ ਹੁਣਾਂ ਦੇ ਨਾਮ ਦੇ ਨਾਲ ਵੀ ਯਾਦ ਕਰਦੇ ਹਾਂ। ਉਹਨਾਂ ਦੇ ਪਰਿਵਾਰ ਦੇ ਬਾਰੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਦਾਦੀ ਦਾਦੇ ਦੇ ਸਾਹਮਣੇ ਉਹਨਾਂ ਦੇ ਪਿਤਾ ਦਾ ਸਿਰ ਧੜ ਤੋਂ ਜੁਦਾ ਕੀਤਾ ਗਿਆ। ਗੋਦੀ ਵਿੱਚ ਚੁੱਕੇ ਹੋਏ ਬਾਲ ਸਰਦਾਰ ਕਰਮਜੀਤ ਸਿੰਘ ਨੂੰ ਲੈ ਕੇ ਮਾਂ ਨੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਮਾਂ ਤਾਂ ਜਹਾਨੋਂ ਚਲੀ ਗਈ, ਸਰਦਾਰ ਕਰਮਜੀਤ ਸਿੰਘ ਦੀ ਜਾਨ ਬਚ ਗਈ। ਕਿਹੜੇ ਦੁੱਖਾਂ ਦੇ ਨਾਲ, ਮੁਸ਼ਕਲਾਂ ਦੇ ਨਾਲ, ਮੁਸੀਬਤਾਂ ਦੇ ਨਾਲ ਦਾਦੀ ਦਾਦੇ ਨੇ ਆਪਣੇ ਪੁੱਤਰੇ ਨੂੰ ਪਾਲਿਆ ਹੋਵੇਗਾ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੌਮ ਦੇ ਦਰਦ ਨੂੰ ਆਪਣੀਆਂ ਲਿਖਤਾਂ ਦੇ ਵਿੱਚ ਬਿਆਨ ਕੀਤਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਦਰਦ ਵੀ ਉਸ ਦਰਦ ਦੇ ਵਿੱਚੋਂ ਨਿਕਲ ਰਿਹਾ ਹੈ, ਜਿਹੜਾ ਦਰਦ ਬਚਪਨ ਦੇ ਵਿੱਚ ਉਹਨਾਂ ਦੀ ਝੋਲੀ ਦੇ ਵਿੱਚ ਪੈ ਗਿਆ। ਕੌਮ ਨੇ ਕਦੀ ਵੀ 15 ਅਗਸਤ ਨੂੰ ਆਜ਼ਾਦੀ ਦੇ ਦਿਵਸ ਦੇ ਰੂਪ ਦੇ ਵਿੱਚ ਨਹੀਂ ਮਨਾਇਆ। ਠੀਕ ਹੈ, ਕੁਝ ਲੋਕ ਸਰਕਾਰੀ ਅਫਸਰ ਹੁੰਦੇ ਨੇ, ਮਨਾਉਂਦੇ ਨੇ। ਕੁਝ ਲੋਕ ਜਿਨ੍ਹਾਂ ਦੇ ਕੋਲ ਰਾਜਸੀ ਸੱਤਾ ਆ ਜਾਂਦੀ ਹੈ ਤੇ ਸਮਝਦੇ ਨੇ ਕਿ ਅਸੀਂ ਆਜ਼ਾਦ ਹਾਂ। ਰਾਜਸੀ ਸੱਤਾ ਦੀਆਂ ਜਿਹੜੀਆਂ ਪਦਾਰਥਵਾਦੀ ਸਹੂਲਤਾਂ ਹੁੰਦੀਆਂ ਨੇ ਨਾ, ਉਹ ਕਈ ਵਾਰੀ ਮਨੁੱਖ ਨੂੰ ਗੁਲਾਮੀ ਦਾ ਅਹਿਸਾਸ ਭੁਲਾ ਦਿੰਦੀਆਂ ਨੇ। ਜਿਸ ਤਰ੍ਹਾਂ ਸ਼ਾਇਰ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਆਪਣੀ ਰਚਨਾ ਦੇ ਵਿੱਚ ਲਿਖਦੇ ਨੇ ਨਾ कि मुल्ला को जो हिंद में है सिजदे की इजाज़त, नादां जे समझता है इस्लाम है आज़ाद। कि थोड़ा जिहा बंदे नूं थोड़ी जी सुख सहूलत, थोड़ी जी राहत, जां कह सकदे हो कि थोड़ियां जिहियां भी पदार्थवादी खुशियां मिल जाण ते इंसान समझदा है कि शायद मैं गुलाम नहीं हाँ, मैं आज़ाद हाँ। पर सिखां दी जिहड़ी धुर अंदरों कह सकदे हो कि पंथ दे नाल जुड़ी हुई मानसिकता है, ਉਸਨੇ ਹਮੇਸ਼ਾ ਹੀ 15 ਅਗਸਤ ਨੂੰ ਇੱਕ ਕਾਲੇ ਦਿਵਸ ਦੇ ਰੂਪ ਦੇ ਵਿੱਚ ਵੇਖਿਆ ਹੈ। ਉਹਦੇ ਕੁਝ ਕਾਰਨ ਤਾਂ ਕਹਿ ਸਕਦੇ ਹੋ ਕਿ ਸਹਿਜੇ ਸਮੇਂ ਦੇ ਵਿੱਚ ਆ ਜਾਂਦੇ ਨੇ ਕਿ ਇੰਨੀਆਂ ਜ਼ਿਆਦਾ ਸ਼ਹਾਦਤਾਂ, ਇੰਨੀਆਂ ਜ਼ਿਆਦਾ ਕੁਰਬਾਨੀਆਂ, ਸਰੀਰਕ ਤੇ ਆਰਥਿਕ ਨੁਕਸਾਨ ਉਠਾਉਣ ਤੋਂ ਬਾਅਦ ਜੇ ਇਸ ਦੇਸ਼ ਦੇ ਨਾਲ ਕਿਸਮਤ ਜੋੜੀ ਤਾਂ ਉਹਨਾਂ ਨੇ ਕੀਤੇ ਹੋਏ ਵਾਅਦੇ ਯਾਦ ਨਹੀਂ ਰੱਖੇ। ਝੋਲੀ ਦੇ ਵਿੱਚ ਉਹਨਾਂ ਦੀ ਆਜ਼ਾਦੀ ਦੇ ਵਾਸਤੇ ਤਾਂ ਅਸੀਂ ਆਪਣੇ ਖੂਨ ਦਾ ਆਖਰੀ ਕਤਰਾ ਪਾ ਦਿੱਤਾ, ਪਰ ਉਹਨਾਂ ਸਾਡੀ ਝੋਲੀ ਦੇ ਵਿੱਚ ਆਜ਼ਾਦੀ ਦਾ ਇੱਕ ਕਿਣਕਾ ਵੀ ਨਹੀਂ ਪਾਇਆ। ਇਹ ਗੱਲ ਕਹਿ ਸਕਦੇ ਹਾਂ। ਤਕਰੀਬਨ ਜਦੋਂ ਅਸੀਂ 1947 ਤੋਂ ਬਾਅਦ ਦੀ ਗੱਲ ਕਰਦੇ ਹਾਂ
ਤੇ ਜਿਸ ਤਰ੍ਹਾਂ ਦੇ ਨਾਲ ਮਹਾਸ਼ਾ ਪ੍ਰੈਸ ਨੇ ਕਾਂਗਰਸ ਦੇ ਨਾਲ ਰਲ ਕੇ ਸਿੱਖਾਂ ਦੇ ਖਿਲਾਫ ਪ੍ਰਚਾਰ ਕੀਤਾ ਗਿਆ, ਇੱਥੋਂ ਤੱਕ ਕਿ ਸਿੱਖਾਂ ਦੀ ਬੋਲੀ ਨੂੰ ਖਤਮ ਕਰਨ ਦੇ ਵਾਸਤੇ ਵੀ, ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਲਹਿਰ ਸ਼ੁਰੂ ਕਰ ਦਿੱਤੀ ਗਈ ਕਿ ਇੱਥੋਂ ਦੇ ਜਿਹੜੇ ਗੈਰ ਸਿੱਖ ਲੋਕ ਨੇ ਉਹ ਆਪਣੀ ਬੋਲੀ ਹਿੰਦੂ ਲਿਖਾਉਣ। ਇੱਥੋਂ ਤੱਕ ਕਿ ਬਹੁਤ ਸਾਰੇ ਪੰਜਾਬ ਦੇ ਪੇਂਡੂ ਸਿੱਖ ਵੀ ਇਸ ਗੱਲ ਤੋਂ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਰਾਸ਼ਟਰਵਾਦ ਦੀਆਂ ਐਨਕਾਂ ਲੱਗ ਚੁੱਕੀਆਂ ਸੀ। 15 ਅਗਸਤ ਦੀ ਗੱਲ ਹੈ। 15 ਅਗਸਤ ਤਕਰੀਬਨ ਸ਼ਾਇਦ 1951 ਦੇ ਵਿੱਚ ਟਾਈਮਜ਼ ਆਫ ਇੰਡੀਆ ਨੇ ਆਪਣੀ ਸੰਪਾਦਕੀ ਦੇ ਵਿੱਚ ਇਹ ਗੱਲ ਲਿਖੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਨਫ਼ਰਤ ਕੀਤੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ, ਉਹਨਾਂ ਦੇ ਵਾਸਤੇ ਰਾਹ ਵੀ ਕਿਹੜਾ ਬਚਦਾ ਹੈ। ਉਸ ਤੋਂ ਬਾਅਦ 1960 ਦੀ ਮੈਂ 15 ਅਗਸਤ ਦੀ ਗੱਲ ਕਰਾਂ, ਜਦੋਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਜ਼ੋਰਾਂ ਦੇ ਉੱਪਰ ਸੀ। ਵੈਸੇ ਤਾਂ ਉਸ ਤੋਂ ਬਾਅਦ ਜਿਹੜੇ ਹੋਏ ਵਿਸਾਖਾਤ ਨੇ ਉਹ ਵੀ ਘੱਟ ਨਹੀਂ ਹੈ। ਜੂਨ 84 ਕਿਸੇ ਨੂੰ ਭੁੱਲ ਨਹੀਂ ਸਕਦਾ। ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ, ਪੰਜਾਬ ਦੀ ਰਾਜਧਾਨੀ ਦੀ ਗੱਲ ਹੋਵੇ, ਪੰਜਾਬ ਦੀ ਆਰਥਿਕਤਾ ਦੀ ਗੱਲ ਹੋਵੇ, ਉਦਯੋਗਾਂ ਦੀ ਗੱਲ ਹੋਵੇ, ਜ਼ਰਾਇਤੀ ਖੇਤਰ ਦੀ ਗੱਲ ਹੋਵੇ, ਹੁਣ ਕਾਲੇ ਕਾਨੂੰਨਾਂ ਦੀ ਗੱਲ ਹੋਵੇ, ਕੋਈ ਐਸਾ ਖੇਤਰ ਹੈ ਨਹੀਂ ਹੈ ਜਿਹਦੇ ਵਿੱਚ ਪੰਜਾਬ ਦੇ ਨਾਲ ਧੱਕਾ ਨਹੀਂ ਕੀਤਾ ਗਿਆ। ਪਰ ਸਿੱਖਾਂ ਨੇ ਹਮੇਸ਼ਾ ਹੀ ਇਸ ਜ਼ੁਲਮ ਦੇ ਖਿਲਾਫ ਆਵਾਜ਼ ਜ਼ਰੂਰ ਚੁੱਕੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ। 1960 ਦੀ ਗੱਲ ਹੈ। ਸਿੱਖ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ 15 ਅਗਸਤ ਦੇ ਜਸ਼ਨਾਂ ਦਾ ਵਿਰੋਧ ਕਰਨਾ ਹੈ। ਆਪਸ ਦੇ ਵਿੱਚ ਚਰਚਾ ਹੋਈ, ਵਿਚਾਰ ਚਰਚਾ ਹੋਈ। ਕੁਝ ਲੀਡਰਾਂ ਦਾ ਵਿਚਾਰ ਸੀ ਕਿ ਸਥਾਨਕ ਪੱਧਰ ਦੇ ਉੱਪਰ ਅਸੀਂ ਕਾਲੇ ਝੰਡੇ ਲਹਿਰਾ ਦਈਏ, ਪਰ ਜਿਹੜੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੇ ਸੁਹਿਰਦ ਲੀਡਰ ਸੀ, ਉਹਨਾਂ ਨੇ ਕਿਹਾ ਨਹੀਂ, ਇੰਝ ਨਹੀਂ, ਜੇਕਰ ਵਿਰੋਧ ਕਰਨਾ ਹੈ ਤੇ ਫਿਰ ਦਿੱਲੀ ਜਾ ਕੇ ਲਾਲ ਕਿਲੇ ਦੇ ਉੱਪਰੋਂ ਜਿਸ ਵੇਲੇ ਜਵਾਹਰ ਲਾਲ ਨਹਿਰੂ ਜਿਹੜਾ ਉਹ ਆਪਣਾ ਵਿਖਿਆਨ ਕਰ ਰਿਹਾ ਹੋਵੇਗਾ, ਦੇਸ਼ ਨੂੰ ਸੰਬੋਧਿਤ ਹੋ ਰਿਹਾ ਹੋਵੇਗਾ, ਉਸ ਵੇਲੇ ਵਿਰੋਧ ਕਰਨਾ ਹੈ। ਹੁਣ ਵੀ ਅਸੀਂ ਕੋਈ ਦੋਖੀ ਨਹੀਂ ਹੈ ਕਿਸਾਨ ਜਥੇਬੰਦੀਆਂ ਦੇ। ਹੁਣ ਵੀ ਕਿਸਾਨ ਜਥੇਬੰਦੀਆਂ ਜਦੋਂ ਬਾਰ-ਬਾਰ ਕਾਲੇ ਕਾਨੂੰਨਾਂ ਦੇ ਖਿਲਾਫ ਜਦੋਂ ਪ੍ਰੋਗਰਾਮ ਦਿੰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸਰਕਾਰ ਤੋਂ ਸਹਿਮਤੀ ਲੈਣ ਦੀ ਇੱਕ ਪ੍ਰਵਿਰਤੀ ਜਾਂ ਪ੍ਰਕਿਰਿਆ ਹੁੰਦੀ ਹੈ। ਇਸੇ ਤਰ੍ਹਾਂ ਹੋਰ ਵੀ ਕਈ ਜਥੇਬੰਦੀਆਂ ਦੇ ਵਿੱਚ ਹੁੰਦੀ ਹੈ। ਪਰ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਕਿਹਾ ਨਹੀਂ, ਜਿਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਕਿਲੇ ਦੇ ਉੱਪਰੋਂ ਦੇਸ਼ ਨੂੰ ਸੰਬੋਧਿਤ ਹੋ ਰਿਹਾ ਹੋਵੇਗਾ, ਉਸ ਵੇਲੇ ਉਹਦਾ ਵਿਰੋਧ ਕੀਤਾ ਜਾਵੇਗਾ। ਪ੍ਰੋਗਰਾਮ ਜਿਹੜਾ ਸੀ ਉਹ ਮਿੱਥ ਲਿਆ ਗਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਥੇ ਤੁਰਨਗੇ ਤੇ ਲਾਲ ਕਿਲੇ ਵੱਲ ਨੂੰ ਚਾਲੇ ਪਾਉਣਗੇ, ਕਾਲੀਆਂ ਦਸਤਾਰਾਂ ਪਹਿਨੀਆਂ ਹੋਣਗੀਆਂ, ਹੱਥ ਦੇ ਵਿੱਚ ਕਾਲੇ ਝੰਡੇ ਹੋਣਗੇ। ਦੂਸਰਾ, ਇੱਕ ਜਥੇ ਨੇ ਇਹ ਪ੍ਰੋਗਰਾਮ ਦੇ ਦਿੱਤਾ ਕਿ ਕੁਝ ਵੀਰ ਕਾਲੇ ਝੰਡੇ ਲੁਕਾ ਕੇ ਉਸ ਸਮਾਗਮ ਦੇ ਵਿੱਚ ਜਾਣਗੇ ਜਿਸ ਸਮਾਗਮ ਦੇ ਵਿੱਚ ਬੈਠੇ ਲੋਕਾਂ ਨੂੰ ਜਵਾਹਰ ਲਾਲ ਨਹਿਰੂ ਸੰਬੋਧਿਤ ਕਰ ਰਿਹਾ ਹੋਵੇਗਾ। ਤੀਜੇ ਜਥੇ ਨੇ ਇਹ ਪ੍ਰੋਗਰਾਮ ਕਰਨ ਦੀ ਜ਼ਿੰਮੇਵਾਰੀ ਲੈ ਲਈ ਕਿ ਸਾਡੇ ਵੱਲੋਂ ਕਾਲੇ ਰੰਗ ਦੇ ਗੁਬਾਰੇ ਜਿਨ੍ਹਾਂ ਦੇ ਉੱਪਰ ਪੰਜਾਬੀ ਸੂਬਾ ਮੋਰਚਾ ਜ਼ਿੰਦਾਬਾਦ ਲਿਖਿਆ ਹੋਵੇਗਾ, ਜਿਸ ਵੇਲੇ ਨਹਿਰੂ ਆਪਣਾ ਭਾਸ਼ਣ ਕਰ ਰਿਹਾ ਹੋਵੇਗਾ, ਉਸ ਵੇਲੇ ਆਕਾਸ਼ ਦੇ ਵਿੱਚ ਇੰਨੇ ਗੁਬਾਰੇ ਛੱਡ ਦਿੱਤੇ ਜਾਣਗੇ ਕਿ ਇੱਕ ਵਾਰੀ ਅਸਮਾਨ ਕਾਲਾ ਕਰ ਦਿਆਂਗੇ। ਸੋ ਇਹ 3 ਪ੍ਰੋਗਰਾਮ ਮਿੱਥ ਲਏ ਗਏ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਤੁਸੀਂ ਜਵਾਹਰ ਲਾਲ ਨਹਿਰੂ ਦੇ ਸਮੇਂ ਦੀਆਂ ਕਿਤਾਬਾਂ ਨੂੰ ਜਾਂ ਉਹਦੇ ਹਮ ਖਿਆਲੀਆਂ ਨੂੰ ਪੜ੍ਹ ਕੇ ਵੇਖੋ ਤੇ ਕਹਿੰਦੇ ਨੇ ਕਿ ਉਹ ਤਕਰੀਰ ਕਰਨ ਦੇ ਵਿੱਚ ਬੜਾ ਮਾਹਰ ਸੀ, ਪਰ ਉਹਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ 1960 ਦੀ 15 ਅਗਸਤ ਨੂੰ ਜਿਹੜੀ ਉਸਨੇ ਲਾਲ ਕਿਲੇ ਦੀ ਫਸੀਲ ਤੋਂ ਤਕਰੀਰ ਕੀਤੀ, ਉਹ ਤਕਰੀਰ ਕਰ ਨਾ ਸਕਿਆ। ਉਸ ਨੂੰ ਬੈਠਣਾ ਪੈ ਗਿਆ। ਜੋ ਉਹ ਕਹਿਣਾ ਚਾਹੁੰਦਾ ਸੀ ਉਹ ਵੀ ਕਹਿ ਨਾ ਸਕਿਆ। ਉਹਦੇ ਪਿੱਛੇ ਇਹ ਕਾਰਨ ਸੀ ਕਿ ਜਿਸ ਵੇਲੇ ਉਸਨੇ ਤਕਰੀਰ ਸ਼ੁਰੂ ਕੀਤੀ, ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚੋਂ ਜਥੇ ਨਿਕਲਣੇ ਸ਼ੁਰੂ ਹੋ ਗਏ। ਜਥੇ ਪੰਜਾਬੀ ਸੂਬਾ ਜ਼ਿੰਦਾਬਾਦ ਇਹ ਨਾਰੇ ਲਾਉਂਦੇ ਸੀ ਤੇ ਉਹਨਾਂ ਜਥਿਆਂ ਨੂੰ ਜਿਹੜੀ 14 ਅਗਸਤ ਨੂੰ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਅਰਧ ਸੈਨਿਕ ਦਲ ਤਾਇਨਾਤ ਕਰ ਦਿੱਤੇ ਗਏ ਸਨ,
ਉਹ ਗ੍ਰਿਫਤਾਰ ਕਰ ਲੈਂਦੇ ਸਨ। ਇੱਕ ਜਥਾ ਗ੍ਰਿਫਤਾਰ ਹੁੰਦਾ ਸੀ, ਸਕਿੰਟਾਂ ਦੇ ਵਿੱਚ ਹੀ ਦੂਜਾ ਜਥਾ ਉੱਥੇ ਪਹੁੰਚ ਜਾਂਦਾ ਸੀ, ਤੀਜਾ ਪਹੁੰਚਦਾ ਸੀ, ਚੌਥਾ ਪਹੁੰਚਦਾ ਸੀ। ਖਬਰਾਂ ਸਾਰੀਆਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਰਹੀਆਂ ਸੀ ਕਿ ਇਸ ਤਰ੍ਹਾਂ ਦੇ ਨਾਲ ਜਿਹੜੇ ਨੇ ਸਿੱਖਾਂ ਦੇ ਜਥੇ ਨਿਕਲਣੇ ਸ਼ੁਰੂ ਹੋ ਗਏ ਨੇ। ਮਾਨਸਿਕ ਤੌਰ ਤੇ ਉਹ ਤਣਾਅ ਦੇ ਵਿੱਚ ਸੀ। ਜਦੋਂ ਉਸਨੇ ਵਿਖਿਆਨ ਹੀ ਸ਼ੁਰੂ ਕੀਤਾ ਤੇ ਇੱਕ ਜਥਾ ਜਿਹੜਾ ਪਡਾਲ ਦੇ ਵਿੱਚ ਬੈਠਾ ਸੀ, ਉਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹ ਵਿਖਿਆਨ ਕਰ ਨਾ ਸਕਿਆ, ਸੰਬੋਧਿਤ ਹੋ ਨਾ ਸਕਿਆ। ਅਜੇ ਉਹ ਸੰਬੋਧਿਤ ਹੋਣ ਦੇ ਵਾਸਤੇ ਫਿਰ ਆਪਣੇ ਆਪ ਨੂੰ ਉਸ ਮਾਨਸਿਕ ਅਵਸਥਾ ਦੇ ਵਿੱਚ ਲਿਆ ਰਿਹਾ ਸੀ ਕਿ ਜਿਸ ਵੇਲੇ ਆਕਾਸ਼ ਦੇ ਵਿੱਚ ਕਾਲੇ ਰੰਗ ਦੇ ਗੁਬਾਰੇ ਉੱਡਣੇ ਸ਼ੁਰੂ ਹੋ ਗਏ ਤੇ ਇੰਜ ਲੱਗਾ ਜਿਵੇਂ ਕਾਲੇ ਰੰਗ ਦੇ ਬੱਦਲ ਛਾਏ ਹੋਣ। ਸੋ ਇਸ ਤਰ੍ਹਾਂ ਦੇ ਨਾਲ ਸਿੱਖਾਂ ਨੇ 1960 ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਆਪਣਾ ਵਿਦਰੋਹ, ਆਪਣਾ ਵਿਰੋਧ ਜਾਂ ਫਿਰ ਆਪਣਾ ਰੋਸ ਜਿਹੜਾ ਪ੍ਰਗਟ ਸੀ ਉਹ ਕਰ ਦਿੱਤਾ। ਸੋ ਮੇਰਾ ਕਹਿਣ ਤੋਂ ਭਾਵ ਸੀ ਕਿ 1947 ਤੋਂ ਬਾਅਦ ਜਿਉਂ ਹੀ ਇਸ ਦੇਸ਼ ਦੀ ਹਕੂਮਤੀ ਸੱਤਾ ਦੇ ਉੱਪਰ ਕਾਬਜ਼ ਹੋਏ ਆਗੂ ਜਿਹੜੇ ਨੇ ਉਹ ਆਪਣੇ ਵਾਅਦਿਆਂ ਤੋਂ ਮੁੱਕਰੇ ਨੇ। ਉਸ ਤੋਂ ਬਾਅਦ ਸਿੱਖਾਂ ਨੇ ਤਕਰੀਬਨ ਹਰ ਪੜਾਅ ਦੇ ਉੱਪਰ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਨਾਲ ਧੱਕੇ, ਵਸਾਹਘਾਤ ਜਾਂ ਧੋਖਾ ਹੋਇਆ, ਉਹਨਾਂ ਨੇ ਆਪਣੇ ਪੱਧਰ ਦੇ ਉੱਪਰ ਜਿਹੜਾ ਉਹ 15 ਅਗਸਤ ਦਾ ਵਿਰੋਧ ਜਿਹੜਾ ਸੀ ਉਹ ਜਾਰੀ ਰੱਖਿਆ। ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਉਹ ਅਤੀਤ ਦੀਆਂ ਘਟਨਾਵਾਂ ਜਨਮ ਲੈਂਦੀਆਂ ਨੇ ਕਿ ਸ਼ਾਇਦ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਐਸੀ ਦੋ ਦੇਸ਼ਾਂ ਦੀ ਵੰਡ ਸੀ ਜਿਸ ਦੇ ਵਿੱਚ ਇੱਕ ਖਿੱਤੇ ਦੀ ਕੌਮੀਅਤ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਉਠਾਉਣਾ ਪਿਆ। ਸੋ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਜਦੋਂ ਵੇਖਦੇ ਹਾਂ ਕਿ ਵਿਰੋਧ ਕਿਉਂ ਹੁੰਦਾ ਹੈ ਤੇ ਉਹਦੇ ਪਿੱਛੇ ਕਾਰਨ ਇਹੀ ਹੁੰਦਾ ਹੈ ਕਿ ਜਦੋਂ ਕੇਂਦਰ ਦੀ ਹਕੂਮਤ ਦੇ ਵੱਲੋਂ ਸਾਰੀਆਂ ਹੀ ਤਾਕਤਾਂ ਦਾ ਕੇਂਦਰੀਕਰਨ ਕਰ ਦਿੱਤਾ ਜਾਂਦਾ ਹੈ, ਸੂਬਿਆਂ ਦੇ ਅਧਿਕਾਰ ਜਿਹੜੇ ਨੇ ਖੋਹ ਲਏ ਜਾਂਦੇ ਨੇ ਤੇ ਜਿਨ੍ਹਾਂ ਲੋਕਾਂ ਦੇ ਅਧਿਕਾਰ ਖੋਸਦੇ ਨੇ ਉਹ ਫਿਰ ਕਿਤੇ ਨਾ ਕਿਤੇ ਵਿਦਰੋਹ ਦੇ ਵਾਸਤੇ ਮਜਬੂਰ ਹੋ ਜਾਂਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।